स्वागत है ਤੁਹਾਡਾ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ ਔਰ ਮੇਰੇ ਨਾਲ ਨੇ ਉੱਘੇ ਵਿਦਵਾਨ ਡਾਕਟਰ ਮਨਜੀਤ ਸਿੰਘ ਜੀ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਅਫਵਾਹਾਂ ਹੈ ਜਾਂ ਸੱਚ ਆ? ਮੈਨੂੰ ਵੈਸੇ ਸੱਚ ਲੱਗਦਾ। ਕਹਿੰਦੇ ਪਹਿਲਾਂ ਤਾਂ ਇੱਕ ਅਫਵਾਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਉਪ ਰਾਸ਼ਟਰਪਤੀ ਹੋਣਗੇ। ਉਹ ਅਫਵਾਹ ਸੀ। ਵੈਸੇ ਸਾਰਾ ਦਿਨ ਕੱਲ ਨੈਸ਼ਨਲ ਟੈਲੀਵਿਜ਼ਨਾਂ ਦੇ ਉੱਪਰ ਵੀ ਇਹ ਖਬਰ ਛਾਈ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੀ ਸੂਚਨਾ ਆਈ ਹੈ ਉਹ ਇਹ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਭਾਰਤੀ ਜਨਤਾ ਪਾਰਟੀ 'ਚ ਮਰਜ ਹੋ ਰਹੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਕੇਂਦਰੀ ਕੈਬਨਿਟ ਦੇ ਵਿੱਚ ਲਿਆ ਜਾ ਰਿਹਾ ਕਿਸੇ ਚੰਗੇ ਉੱਚ ਅਹੁਦੇ ਤੇ। ਔਰ ਮੈਨੂੰ ਇਹ ਸੱਚ ਇਸ ਕਰਕੇ ਲੱਗਦਾ ਹੈ ਕਿ ਜੇ ਅਸੀਂ ਇਤਿਹਾਸ ਦੇਖੀਏ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ, ਤਾਂ ਤਾਜਪੋਸ਼ੀ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ। ਸੋ ਇੱਕ ਤਾਂ ਇਹਦੇ ਤੇ ਵਿਚਾਰ ਕਰਾਂਗੇ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ, ਤੁਹਾਡੇ ਕੋਲ ਇਹਦੇ ਬਾਰੇ ਕੀ ਜਾਣਕਾਰੀ ਹੈ। ਔਰ ਦੂਸਰਾ ਜਿਹੜਾ ਹੈ ਨੂਰਪੁਰ ਨੂੰ ਲੈ ਕੇ, ਜਿਹੜੀ ਨੂਰਪੁਰ ਸ਼ਰਮਾ ਭਾਰਤੀ ਜਨਤਾ ਪਾਰਟੀ ਦੀ ਬੁਲਾਰਾ ਸੀ, ਉਹਨੂੰ ਲੈ ਕੇ ਜਿਹੜੀਆਂ ਕੱਲ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਉਹ ਬਹੁਤ ਮਹੱਤਵਪੂਰਨ ਹੈ ਔਰ ਉਹਦੇ ਤੇ ਚਰਚਾ ਕਰਨੀ ਬੜੀ ਜ਼ਰੂਰੀ ਬਣਦੀ ਹੈ। ਉਹਦੇ ਤੇ ਵੀ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਬਾਰੇ ਸੂਚਨਾ ਉੱਡ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਗੱਲ ਬੜੀ ਸਾਫ਼ ਹੈਗੀ ਹੈ ਕਿ ਇਸ ਵੇਲੇ ਦੇਸ਼ ਦੇ ਅੰਦਰ ਰਾਜਨੀਤੀ ਬਿਨਾਂ ਕਿਸੇ ਵਿਚਾਰਧਾਰਕ ਮਿਆਰ, ਬਿਨਾਂ ਕਿਸੇ ਪਾਰਟੀ ਪ੍ਰੋਗਰਾਮ, ਬਿਨਾਂ ਕਿਸੇ ਪਾਰਟੀਆਂ ਦੇ ਅੰਦਰੂਨੀ ਜਮਹੂਰੀਅਤ, ਜਿਹੜੀ ਲੋਕਤੰਤਰਿਕ ਆਵਾਜ਼ਾਂ ਹੁੰਦੀਆਂ ਸੀ ਪਾਰਟੀ ਦੀਆਂ ਅੰਦਰੂਨੀ, ਉਹ ਸਾਰਾ ਕੁਝ ਤਹਿਸ ਨਹਿਸ ਹੋ ਚੁੱਕਾ। ਮਤਲਬ ਦੀ ਬੜੀ ਅਫਸੋਸ ਦੀ ਗੱਲ ਹੈ ਕਿ ਸਿਰਫ ਤੇ ਸਿਰਫ ਸੱਤਾ ਤੇ ਸੱਤਾ, ਜਿਵੇਂ ਕਿਸੇ ਵੇਲੇ ਮਾਰਕਸਿਸਟ ਮਾਡਲ ਦੇ ਵਿੱਚ ਦਿਖਾਇਆ ਜਾਂਦਾ ਸੀਗਾ ਕਿ ਜਿਹੜਾ ਕੈਪੀਟਲਿਸਟ ਹੈਗਾ ਜਾਂ ਜਿਹੜਾ ਵੀ ਸਰਮਾਏਦਾਰ, ਉਹਦਾ ਨਾ ਤੇ ਕੋਈ ਦੇਸ਼ ਆ, ਨਾ ਕੋਈ ਉਹਨੂੰ ਲੋਕ ਦਿਖਦੇ ਆ, ਨਾ ਉਹਨੂੰ ਕੁਦਰਤ ਦਾ ਕੋਈ ਪਿਆਰ ਦਿਖਦਾ। ਉਹਨੂੰ ਸਿਰਫ ਤੇ ਸਿਰਫ ਨਫਾ ਤੇ ਨਫਾ। ਜੇ ਉਹ ਜ਼ਹਿਰ ਵੇਚ ਕੇ ਨਫਾ ਬਣਾ ਸਕੇ ਤੇ ਉਹ ਵੀ ਵੇਚੂਗਾ, ਜੇ ਉਹ ਕੋਈ ਚੰਗੀਆਂ ਚੀਜ਼ਾਂ ਵੇਚ ਕੇ ਨਫਾ ਬਣਾ ਸਕੇ ਤੇ ਉਂਝ ਵੀ ਕਰੂਗਾ। ਉਸ ਦਾ ਉਦੋਂ ਇਲਾਵਾ ਜਿਵੇਂ ਮੱਛੀ ਦੀ ਅੱਖ ਤੇ ਨਿਸ਼ਾਨਾ ਹੁੰਦਾ, ਉਦੋਂ ਇਲਾਵਾ ਕੋਈ ਉਹਦਾ ਹੋਰ ਨਿਸ਼ਾਨਾ ਨਹੀਂ ਹੁੰਦਾ। ਉਸ ਦਾ ਟਿਪੀਕਲ ਕੇਸ ਸਾਡੇ ਬੀਜੇਪੀ ਬਣੀ ਹੋਈ। ਜਾਣੀ ਜਿੱਥੋਂ ਵੀ ਜਿਤਨਾ ਡਾਕੂ ਚੱਲ ਪੈਂਦੇ ਆ ਜਾਂ ਪੁਰਾਣੇ ਸੀ ਪਾਇਰੇਟ ਜਿਹੜੇ ਚੱਲਦੇ ਸੀਗੇ, ਅੱਜ ਕੱਲ ਵੀ ਹੈਗੇ ਆ, ਆਪਾਂ ਕਿ ਜਿਹੜੇ ਸਮੁੰਦਰੀ ਲੁਟੇਰੇ ਜਿਨ੍ਹਾਂ ਨੂੰ ਕਹਿੰਦੇ ਸੀ, ਇੱਧਰ ਮਾਰਿਆ ਉੱਧਰ ਮਾਰਿਆ, ਕਰ ਲਓ, ਕਬਜ਼ਾ ਕਰ ਲਓ, ਠੋਕ ਦਿਓ, ਚੜਾ ਦਿਓ, ਲਾ ਦਿਓ, ਈਡੀ ਪਾ ਦਿਓ, ਆਈਬੀ ਪਾ ਦਿਓ, ਕਿਸੇ ਨੂੰ ਬਣਾ ਦਿਓ, ਕਿਸੇ ਨੂੰ ਕੁੱਟ ਦਿਓ, ਕਿਸੇ ਨੂੰ ਤੋੜ ਦਿਓ, ਕਿਸੇ ਨੂੰ ਸਾਰੇ ਦੇ ਸਾਰੇ ਕਬਜ਼ਾ ਕਰ ਲਿਓ, ਜਿੰਨਾ ਵੀ। ਯਾਨੀ ਇੱਕ ਦੇਸ਼ ਦੇ ਵਿੱਚ ਬੜੀ ਅਜੀਬ ਕਿਸਮ ਦਾ ਅਸੁਰੱਖਿਅਤਤਾ ਦਾ ਮਾਹੌਲ ਬਣ ਚੁੱਕਿਆ ਹੈ, ਇਨਸਿਕਿਉਰਿਟੀ ਦਾ। ਕਿਉਂ? ਕਿਸੇ ਨੂੰ ਪਤਾ ਹੀ ਨਹੀਂ ਹੈ। ਪਾਰਟੀ ਵਾਲਿਆਂ ਨੂੰ ਨਹੀਂ ਪਤਾ ਕਿ ਸਾਡੇ ਕੱਲ ਨੂੰ ਜਿਹੜੇ ਅੱਜ ਕੋਈ ਲਾਲ ਲਈ ਬੈਠੇ ਆ ਉਹ ਪੀਲੇ ਨਾਲ ਹੋਣਗੇ, ਪੀਲੇ ਲਈ ਬੈਠੇ ਹੋਣਗੇ ਉਹ ਨੀਲੇ ਨਾਲ ਹੋਣਗੇ, ਜਾਂ ਨੀਲੇ ਵਾਲੇ ਕਿਤੇ ਚਿੱਟੇ ਝੰਡੇ ਨਾਲ ਹੋਣਗੇ, ਜਾਂ ਕਿੱਥੇ ਹੋਣਗੇ। ਮੈਂ ਜਾਣੀ ਵੈਸੇ ਹੀ ਗੱਲ ਕਰ ਰਿਹਾ, ਸਿੰਬਲ ਦੀ ਗੱਲ। ਲੋਕਾਂ ਨੂੰ, ਪਾਰਟੀਆਂ ਨੂੰ ਖੁਦ ਹੀ ਨਹੀਂ ਪਤਾ ਲੱਗ ਰਿਹਾ ਕਿ ਇੰਨੀ ਅਫੜਾ ਤਫੜੀ, ਇੰਨੀ ਅਫੜਾ ਤਫੜੀ। ਔਰ ਇਹ ਜ਼ਿੰਮੇਵਾਰੀ ਜਿਹੜੀ ਆ ਇਹ ਸਿਰਫ ਤੇ ਸਿਰਫ ਸਾਡੀਆਂ ਰਾਜਨੀਤਿਕ ਪਾਰਟੀਆਂ ਦੀ। ਉਹਨਾਂ ਨੇ ਕਦੀ ਵੀ ਆਪਣੀ ਪਾਰਟੀ ਨੂੰ ਸੰਭਾਲਣ ਦਾ, ਕਾਡਰ ਨੂੰ ਸੰਭਾਲਣ ਦਾ, ਤੇ ਜੋ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਲੋਕਾਂ ਪ੍ਰਤੀ ਬਣਦੀ ਸੀ, ਉਹਦਾ ਕਦੀ ਧਿਆਨ ਦਿੱਤਾ ਨਹੀਂ। ਸੱਤਾ 'ਚ ਆ ਕੇ ਜਦੋਂ ਲੁੱਟ ਖਸੁੱਟ ਇੰਨੀ ਕਰ ਲਈ ਹੈ ਤੇ ਹੁਣ ਤੇ ਜਿਵੇਂ ਸਰਾਲ ਜਿਹੜੀ ਹੁੰਦੀ ਹੈ, ਉਹ ਵੱਡਾ ਕੋਈ ਜਾਨਵਰ ਖਾ ਲੇ, ਡੀਅਰ ਖਾ ਲੇ ਜਾਂ ਕੋਈ ਹੋਰ ਵੱਡਾ ਕੋਈ ਜਾਨਵਰ ਖਾ ਲੇ, ਫਿਰ ਉਹ ਕਹਿੰਦੇ 2 ਮਹੀਨੇ ਪਈ ਰਹਿੰਦੀ, ਹਿਲਦੀ ਨਹੀਂ, ਹਿੱਲਿਆ ਜਾਂਦਾ ਹੀ ਨਹੀਂ ਹੈਗਾ। ਹੁਣ ਇਹਨਾਂ ਨੇ ਇੰਨਾ ਕੁਝ ਖਾ ਲਿਆ, ਢਿੱਡ ਇੰਨੇ ਫੁੱਲ ਗਏ ਆ, ਚੱਲਿਆ ਨਹੀਂ ਜਾਂਦਾ। ਉਹ ਪਚਾਉਣ ਲਈ ਹੁਣ ਚਾਹੀਦਾ ਕਿਸੇ ਦਾ ਸਹਾਰਾ, ਚੂਰਨ ਦਿੰਦਾ। ਇਸ ਗੱਲ ਦੀ ਦਵਾਈ ਮਿਲਦੀ ਹੈ ਸਿਰਫ ਤੇ ਸਿਰਫ ਅਮਿਤ ਸ਼ਾਹ ਕੋ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ, ਪਚਾਉਣ ਲਈ ਵੀ ਖਾ ਲਓ, ਪਚਾ ਲਓ, ਪਰਦਾ ਪਾ ਦਿਆਂਗੇ। ਪਰ ਇੱਕ ਗੱਲ ਆ ਕਿ ਹੱਥ ਵਿੱਚ ਕਮਲ ਦਾ ਫੁੱਲ ਲੈ ਕੇ ਆਇਓ ਤਾਂ ਕੰਮ ਬਣਨਾ ਤੁਹਾਡਾ। ਜੇ ਤੁਸੀਂ ਆਪਣਾ ਕੁਝ ਲੈ ਕੇ ਆਉਣਾ, ਕਿਸੇ ਨੇ ਕੋਈ ਤੀਰ ਕਮਾਨ ਜਾਂ ਬਾਲਟੀ ਜਾਂ ਕੁਝ ਵੀ ਜੋ ਵੀ ਲੈ ਕੇ ਆਉਣੀ ਹੈ ਨਾਲ, ਆਪਣਾ ਸਿੰਬਲ ਲੈ ਕੇ ਆਉਣਾ,
ਫਿਰ ਦੂਜੇ ਪਾਸੇ ਘੱਟੋ ਘੱਟ ਦੂਜੇ ਹੱਥ 'ਚ ਕਮਲ ਜ਼ਰੂਰ ਫੜਿਆ ਹੋਣਾ ਚਾਹੀਦਾ ਵੀ ਜਾਨੀ ਸਾਡੇ ਨਾਲ ਸਹਿਮਤੀ ਕਰੋਗੇ ਤੇ ਬਚੋਗੇ, ਨਹੀਂ ਤੇ ਅਸੀਂ ਤੁਹਾਡੀ ਉਹ ਹਾਲਤ ਕਰਾਂਗੇ। ਕਈ ਇੱਥੇ ਦੱਸਦੇ ਕੱਲਾ ਆਪਾਂ ਇਹਨਾਂ ਨੂੰ ਕਿਉਂ ਕਹਿੰਦੇ ਆ, ਮਤਲਬ ਕੱਲਾ ਪਿਛੋਖੜ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜੋ ਵੀ ਆ, ਉਹ ਤੇ ਅੱਜ ਕੱਲ ਉਹਨਾਂ ਦੇ ਦਿਨ ਮਾੜੇ ਸੀ, ਉਹ ਫਿਰ ਉਸ ਤਰ੍ਹਾਂ ਦੇ ਹੀ ਹੋ ਜਾਣੇ ਆ। ਕੱਢ ਕੇ ਕਿਸੇ ਚੀਫ ਮਿਨਿਸਟਰ ਦੀ ਕੁਰਸੀ ਤੋਂ ਏਡੇ ਵੱਡੇ ਕਹਿੰਦੇ ਕਹਾਉਂਦੇ ਰਾਜੇ ਨੂੰ ਪਰਾਂ ਉਹਦੀ ਪਾਰਟੀ ਨਹੀਂ ਰੱਖਤਾ। ਜਿਹੜੇ ਲੋਕਾਂ ਨੇ ਕੱਢਿਆ ਉਹ ਆਪ ਹੀ ਟਪੂਸਣੀ ਮਾਰ ਕੇ ਕਿੰਨੇ ਅੰਦਰ ਜਾ ਵੜੇ, ਮੈਨੂੰ ਦੱਸੋ ਤਾਂ ਕੋਈ ਹੈ ਕਿਸੇ ਦਾ ਦੀਨ ਅਮਾਨ? ਵੇਰਕਾ ਕਿੱਥੇ ਗਿਆ, ਸੁਨੀਲ ਜਾਖੜ ਕਿੱਥੇ ਗਿਆ, ਹੋਰ ਕਈ ਵਿਚਾਰੇ ਲੇਟ ਹੋ ਗਏ, ਵੇਖਦੇ ਹੀ ਰਹੇ, ਉਹ ਹੁਣ ਜੇਲ੍ਹ 'ਚ ਚਲੇ ਗਏ। ਇਹ ਹਾਲਤ ਹੈਗੀ ਕਿ ਜਾਂ ਤੇ ਸਾਡੇ ਨਾਲ ਰਹੋ ਨਾ ਜਾਂ ਜੇਲ੍ਹ 'ਚ ਰਹੋ, ਅਸੀਂ ਤੁਹਾਨੂੰ ਤੁਹਾਡੀ ਰਾਜਨੀਤੀ ਕਰ ਨਹੀਂ ਦੇਣੀ। ਇਹ ਦੇਸ਼ ਦੇ ਅੰਦਰ ਮਾਹੌਲ ਬਣ ਗਿਆ। ਸਾਨੂੰ ਚਿੰਤਾ ਕੱਲੀ ਕੈਪਟਨ ਦੀ ਨਹੀਂ, ਕੈਪਟਨ ਸਾਡੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ ਸਾਨੂੰ ਕੀ ਫਰਕ ਆ? ਕੰਮ ਤੇ ਉਹੀ ਕਰਨੇ ਆ ਜਿਹੜੇ ਉਹਨਾਂ ਕੋਲੋਂ ਕਰਵਾਏ ਜਾਣੇ। ਪ੍ਰਧਾਨ ਮੰਤਰੀ ਹੁਣਾਂ ਦੀ ਵੀ ਕੋਈ ਤੇ ਜ਼ਿੰਮੇਵਾਰੀ ਉਹਨਾਂ ਕਾਰਪੋਰੇਟਾਂ ਪ੍ਰਤੀ ਹੈ ਨਾ, ਜਿੱਥੋਂ ਐਡਾ ਵੱਡਾ ਪੈਸਾ ਲੈ ਕੇ ਸਾਰੀ ਸੱਤਾ ਦਾ ਗੁੱਡੀ ਕਮਾਈ ਜਾ ਰਹੀ ਹੈ। ਤੇ ਇਸ ਲਈ ਜਿਹੜੇ ਵੀ ਬੰਦੇ ਸਾਨੂੰ ਚਿਹਰੇ ਇਸ ਵੇਲੇ ਮਤਲਬ ਦੇਖ ਰਹੇ ਹੈਗੇ, ਉਹ ਉਹਨਾਂ ਦੀਆਂ ਡੋਰਾਂ ਵਾਗ ਡੋਰ ਕਿਤੇ ਹੋਰ ਹੈਗੀ। ਇਹ ਕੁਝ ਵੀ ਕਰ ਲੈਣ, ਆਪਣਾ ਆਪ ਨੂੰ ਬਚਾ ਸਕਦੇ। ਇਹਨਾਂ ਦੀ ਇੰਨੀ ਸਮਝੇ, ਚੁਸਤ ਚਲਾਕ ਤੇ ਹੁੰਦੇ ਹੀ ਆ ਬੰਦੇ, ਇੰਨੀ ਸਮਝ ਉਹਨਾਂ ਨੂੰ ਵੀ ਹੈ। ਉਹਨਾਂ ਨੂੰ ਹੈ ਕਿ ਯਾਰ ਜੇ ਆਪਾਂ ਆਪਣੀ ਖੱਲ ਬਚਾਉਣੀ ਆ, ਜੇਲ੍ਹ 'ਚ ਤੇ ਮੱਛਰ ਵੀ ਲੜੂਗਾ, ਫਿਰ ਪਤਾ ਨਹੀਂ ਕੋਈ ਮੁਲਾਕਾਤ ਕਰਨ ਆਊ ਕਿ ਨਹੀਂ ਆਊਗਾ, ਹੋਏ ਤੋਏ ਵੀ ਹੋਊਗੀ। ਚੁੱਪ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ, ਜਿੱਥੇ ਤੁਹਾਨੂੰ ਲੱਗਦਾ ਮੱਛਰ ਨਹੀਂ ਹੈਗਾ, ਮੱਛਰਦਾਨੀ ਹੈਗੀ ਆ, AC ਵੀ ਹੈਗਾ, ਉੱਥੇ ਨੂੰ ਭੱਜ ਲਓ। ਉਹ ਫਿਰ ਸਾਰੇ ਦੇ ਸਾਰੇ ਅਮਿਤ ਸ਼ਾਹ ਦੇ ਜਾ ਕੇ ਗੋਡੇ ਫੜ ਲੈਂਦੇ ਆ, ਉਹਦੇ ਸਾਹਮਣੇ ਕਹਿੰਦੇ ਆ ਜੀ ਅਸੀਂ ਤੇਰੇ ਹਨੂਮਾਨ, ਜੋ ਮਰਜ਼ੀ ਸਾਨੂੰ ਹੁਕਮ ਕਰੋ, ਅਸੀਂ ਤੁਹਾਡੇ ਕਹੇ ਤੇ ਚੱਲਾਂਗੇ। ਉਹ ਹਾਲਤ ਦੇਸ਼ ਦੇ ਅੰਦਰ ਚਾਰੇ ਪਾਸੇ ਬਣੀ ਆ। ਤੁਹਾਡੇ ਸਾਹਮਣੇ ਮਹਾਰਾਸ਼ਟਰ ਦਾ ਕੀ ਹੋਇਆ, ਪਹਿਲਾਂ ਗੋਆ ਦਾ ਕੀ ਹੋਇਆ, ਫਿਰ ਮਣੀਪੁਰ ਦੇ ਵਿੱਚ ਕੀ ਹੋਇਆ, ਤ੍ਰਿਪੁਰਾ ਦੇ ਵਿੱਚ ਕੀ ਹੋਇਆ ਸੀ, ਆਪਾਂ ਸਾਰੀ ਜਗ੍ਹਾ ਜਾਣਦੇ। ਹੋਰ ਜਗ੍ਹਾ ਵੀ ਇਹ ਹੋਣਾ ਜੇ ਹੁਣ ਮੁਸਲਿਮ ਮੈਜੋਰਿਟੀ ਜਿਹੜੀਆਂ ਸੂਬੇ 'ਚ ਸੀਟਾਂ ਜਿਹੜੀਆਂ UP ਤੋਂ ਜਿੱਤ ਗਏ, ਆਜ਼ਮਗੜ੍ਹ ਵਗੈਰਾ ਵਗੈਰਾ ਤੋਂ ਜਿੱਤੇ ਆ 2 ਸੀਟਾਂ BJP, ਤੇ ਉਹਦਾ ਮਤਲਬ ਕੀ ਹੈ? ਦੇਸ਼ ਦੇ ਅੰਦਰ ਇੱਕ ਬਹੁਤ ਵੱਡਾ ਭੈ ਪੈਦਾ ਕਰ ਲਿਆ। ਜਾਂ ਸਾਡੇ ਨਾਲ ਹੋ ਜਾਂ ਅਸੀਂ ਤੁਹਾਡੀ ਮੰਜੀ ਠੋਕਾਂਗੇ, ਤੁਹਾਨੂੰ ਇਹੋ ਜਿਹਾ ਕਰ ਦਿਆਂਗੇ, ਸੂਲੀ ਟੰਗ ਦਿਆਂਗੇ, ਪਰ ਇਹ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਇਹ 2 ਵੱਖਰੇ ਮਾਮਲੇ ਆ। ਇੱਕ ਧਰਮ ਦਾ ਮਾਮਲਾ ਹੈ, ਜਾਤ ਪਾਤ ਦਾ ਮਾਮਲਾ ਹੈ, ਤੇ ਦੂਸਰਾ ਹੈ ਜਿਹੜੇ ਸੱਤਾ ਤੇ ਹਮੇਸ਼ਾ ਕਾਬਜ਼ ਹੋਣ ਦੀ ਦੌੜ ਵਿੱਚ ਰਹਿੰਦੇ ਆ, ਉਹਨਾਂ ਦਾ ਮਾਮਲਾ ਹੈ। ਅਮਰਿੰਦਰ ਸਿੰਘ ਦੀ ਕੀ ਮਜਬੂਰੀ ਹੈ ਕਿ ਉਹਨਾਂ ਨੂੰ ਜਾ ਕੇ ਅਮਿਤ ਸ਼ਾਹ ਦੇ ਗੋਡੇ ਫੜਨੇ ਪਏ? ਇਹਦੇ ਪਿੱਛੇ ਕੀ ਕਾਰਨ ਨੇ? ਨਹੀਂ ਦੇਖੋ, ਬੜੀ ਸਾਫ਼ ਗੱਲ ਹੈਗੀ ਆ, ਕਾਰਨ ਤੇ ਉਹੀ ਹੁੰਦੇ ਆ ਜੋ ਘਟਾਲੇ ਇਹਨਾਂ ਦੇ ਹੈਗੇ, ਉਹੀ ਕਾਰਨ ਹੈਗੇ ਆ। ਤੁਹਾਨੂੰ ਪਤਾ ਹੀ ਆ ਕਿ ਅੰਮ੍ਰਿਤਸਰ ਵਾਲਾ ਜਿਹੜਾ ਤੇ ਲੁਧਿਆਣੇ ਵਾਲਾ 2 ਜਿਹੜੇ ਘਟਾਲੇ ਸੀਗੇ ਇਹਨਾਂ ਦੇ, ਟਰਸਟ ਵਾਲਾ ਤੇ ਦੂਸਰਾ, ਉਹ ਫਾਈਲਾਂ ਭਾਵੇਂ ਅਕਾਲੀਆਂ ਤੋਂ ਬੰਦ ਇਹਨਾਂ ਨੇ ਕਰਵਾ ਲਈਆਂ ਸੀ, ਪਰ ਰਿਕਾਰਡ ਤੇ ਰਹਿੰਦਾ ਹੀ ਆ, ਕਿਤੇ ਨਾ ਕਿਤੇ ਰਿਕਾਰਡ ਹੈਗਾ। ਉਹ ਇੱਕ ਧਮਕੀ ਹੈ ਜੀ। ਦੂਸਰਾ, ਉਹਨਾਂ ਨੂੰ ਇੱਕ ਏਡੀ ਵੱਡੀ ਰਾਜੇ ਵਾਲੀ ਪੋਜੀਸ਼ਨ ਤੋਂ ਬਾਹਰ ਕਰ ਦੇਣਾ, ਉਹ ਜਿੱਥੇ ਕਿ ਉਹ ਹਮੇਸ਼ਾ ਆਪ ਮੋਹਰੀ ਰਹੇ ਆ, ਤੇ ਉਹਨਾਂ ਨੂੰ ਕੋਈ ਨਾ ਕੋਈ ਸਹਾਰਾ ਚਾਹੀਦਾ ਸੀ। ਸੱਤਾ ਉਹਨਾਂ ਲਈ ਇਹ ਕੋਈ ਨਹੀਂ ਹੈ ਕਿ ਪੰਜਾਬ ਆ, ਪੰਜਾਬੀਅਤ ਹੈ, ਜਾਂ ਮੈਂ ਕਿਸੇ ਮਤਲਬ ਹੋਰ ਬੈਕਗਰਾਉਂਡ ਦੇ ਵਿੱਚ ਆ, ਮੇਰੀ ਸੋਨੀਆ ਤੇ ਨਹਿਰੂ ਪਰਿਵਾਰ ਨਾਲ ਇੰਨੀ ਨੇੜਤਾ ਰਹੀ ਆ, ਫਲਾਨਾ ਟੱਬਾ। ਇਹ ਗੱਲਾਂ ਕੁਛ ਨਹੀਂ, ਮਿੰਟ ਚੋਂ ਦੀ ਬਦਲ ਜਾਂਦੇ ਆ ਰਾਤੋਂ ਰਾਤ। ਇਸ ਲਈ ਉਹਨਾਂ ਨੇ ਸੱਤਾ 'ਚ ਰਹਿਣਾ, ਤੇ ਸੱਤਾ ਇਹੀ ਇੱਕ ਮਕਸਦ ਹੋ ਗਿਆ ਹੁਣ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ। ਔਰ ਉਹਦੇ 'ਚ ਜ਼ਿਆਦਾ ਉਮੀਦ, ਜਿਹਨੂੰ ਕਹਿ ਲਓ ਕਿ ਤੁਸੀਂ ਇੱਕ ਪਰਚੂਨ ਜਾਂ ਇੱਕ ਹੋਲਸੇਲ ਹੈਗਾ, ਜਾਂ ਇੱਕ ਕਹਿ ਲਓ ਵੱਡਾ ਮਾਲ ਹੈਗਾ, ਉਹ ਮਾਲ ਵਾਂਗੂ ਲੋਕਾਂ ਨੂੰ ਅੱਜ ਦਿਖਦਾ ਆ। BJP ਹੈ, NDA ਹੈਗੀ, ਉਹਦੇ 'ਚ ਵੜ ਜਾਓਗੇ ਤੇ ਆਪਣੀ ਛਾਬੜੀ ਉੱਥੇ ਜਾ ਕੇ ਲਾ ਸਕਦੇ ਆ। ਤੇ ਜੇ ਤੁਸੀਂ ਇੱਥੇ ਬਾਹਰ ਛੁੱਟੀਆਂ ਦੇ ਤੇ ਕਦੀ ਉਹ ਡੰਡਾ ਮਾਰਦਾ, ਕਦੀ ਉਹ ਡੰਡਾ ਮਾਰਦਾ, ਤੇ ਉਹ ਤੁਹਾਡਾ ਕੰਮ ਹੁਣ ਚੱਲਣਾ ਮੁਸ਼ਕਲ ਹੋ ਰਿਹਾ। ਇਹੀ ਇੱਕ ਅਧਿਕਾਰਵਾਦ ਹੁੰਦਾ, ਇਹੀ ਹੌਲੀ ਹੌਲੀ ਫਾਸ਼ਿਜ਼ਮ ਦੀ ਇੱਕ ਜ਼ਮੀਨ ਤਿਆਰ ਕਰਦਾ। ਤੇ ਪ੍ਰੈਕਟੀਕਲੀ ਉਹ ਕਾਫੀ ਜ਼ਮੀਨ ਤਿਆਰ ਹੋ ਗਈ ਹੈ। ਜਿਹੜਾ ਤੁਸੀਂ ਕਹਿੰਦੇ ਸੀ ਕਿ ਆਜ਼ਮਗੜ੍ਹ ਵਾਲਾ ਮਾਮਲਾ ਅਲੱਗ ਨਹੀਂ ਹੈ, ਇੱਥੇ ਵੀ ਉਹੀ ਡਰ ਆ। ED ਦਾ, IB ਦਾ ਕਰਪਸ਼ਨ, ਉੱਥੇ ਡਰ ਹੈਗਾ ਧਰਮ ਦਾ, ਬਚਾਅ ਦਾ, ਕਿ ਸਾਨੂੰ ਆਇਡੈਂਟੀਫਾਈ ਕਰਕੇ ਸਾਡੇ ਬਲਡੋਜ਼ਰ ਫੇਰ ਦੇਣਗੇ। ਦੋਨੋਂ ਹੀ ਜਗ੍ਹਾ ਤੇ ਬੇਕਾਨੂੰਨਗੀ
ਜਿਹੜਾ ਜਾਣਾ ਸੰਵਿਧਾਨ ਤੋਂ ਬਾਹਰ ਜਾ ਕੇ ਕਿੱਥੇ ਲਿਖਿਆ ਹੈ ਕਿ ਤੁਸੀਂ ਧਰਮ ਦੇ ਨਾਂ ਤੇ ਕਿਸੇ ਦੇ ਉੱਤੇ ਕੋਈ ਇਸ ਤਰੀਕੇ ਦਾ ਦਬਾਅ ਪਾਓ ਜਾਂ ਡਰ ਪਾਓ ਜਾਂ ਭੈ ਪਾਓ? ਬੜਾ ਭੈ ਹੈਗਾ, ਬਹੁਤ ਜ਼ਿਆਦਾ। ਤੁਸੀਂ ਜਾ ਕੇ ਤੇ ਦੇਖੋ ਜਿੱਥੇ ਮੁਸਲਿਮ ਮਾਈਨੋਰਿਟੀ ਯੂਪੀ, ਬਿਹਾਰ, ਮੱਧ ਪ੍ਰਦੇਸ਼ ਦੇ ਵਿੱਚ, ਇਸ ਲਈ ਇਹ ਜਿਹੜੀ ਬੇਉਮੀਦਗੀ ਇੰਨੀ ਇੱਕ ਫਿਰਕੇ ਦੇ ਵਿੱਚ ਹੋ ਜਾਣੀ, ਇੱਧਰ ਕਾਰਨ ਦੂਜੇ ਹੈਗੇ ਆ, ਉੱਥੇ ਕਾਰਨ ਦੂਜੇ ਆ। ਉੱਥੇ ਦਬਾ ਕੇ, ਡਰਾ ਕੇ, ਧਮਕਾ ਕੇ, ਤੇ ਡਰਾ ਦਬਾ ਧਮਕਾ ਕੇ ਇੱਥੇ ਵੀ ਹੈਗੇ, ਤਾਂ ਤੇ ਭੱਜ ਕੇ ਅੰਦਰ ਨੂੰ ਜਾਂਦੇ ਆ ਵੀ ਬਚਾ ਲਓ ਸਾਨੂੰ। ਇਹੀ ਕਾਰਨ ਆ। ਉੱਥੇ ਧਰਮ ਦੇ ਨਾਂ ਤੇ ਆ, ਇੱਥੇ ਜਿਹੜਾ ਵਾਧੂ ਖਾ ਲਿਆ ਮਾਲ, ਉਹਨੂੰ ਪਚਾਉਣ ਦੀ, ਉਹ ਪਚਦਾ ਨਹੀਂ ਹੈ, ਉਹਦੀ ਖਾਤਰ ਚੂਰਨ ਲੈਣ ਉੱਥੇ ਅਮਿਤ ਸ਼ਾਹ ਤੋਂ ਜਾਂਦੇ। ਨਾਲੇ ਇਹ ਵੀ ਹੈ ਕਿ ਮੇਰਾ ਖਿਆਲ ਹੈ ਕਿ ਜੇ ਅਮਰਿੰਦਰ ਸਿੰਘ ਹੁਣੀ ਬਿਲਕੁਲ ਮਰਜ ਹੋ ਜਾਂਦੀ ਇਹਨਾਂ ਦੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ, ਜਾ ਕੇ ਜਿਵੇਂ ਕਮਲ ਦਾ ਫੁੱਲ ਤੋਂ ਤੁਸੀਂ ਕਹਿੰਦੇ ਆ, ਕਮਲ ਦਾ ਫੁੱਲ ਫੜ ਲੈਂਦੇ ਆ, ਤਾਂ ਇਹਦਾ ਇੱਕ ਭਾਰਤੀ ਜਨਤਾ ਪਾਰਟੀ ਨੂੰ ਇਹ ਵੀ ਫਾਇਦਾ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਸਿੰਬਲ ਆਫ ਦਾ, ਜਿਹਨੂੰ ਅਸੀਂ ਕਹਿੰਦੇ ਆ ਕਿ ਧਰਮ ਨਿਰਪੇਖ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਜਿਵੇਂ ਸਿੱਧ ਕਰਨਾ ਚਾਹੁੰਦੀ ਹੈ ਕੌਮਾਂਤਰੀ ਪਲੇਟਫਾਰਮ ਤੇ, ਜਿਵੇਂ ਬੀਜੇਪੀ ਦੀ ਪਿਛਲੇ ਦਿਨਾਂ ਤੋਂ ਲਗਾਤਾਰ ਆਲੋਚਨਾ ਵੀ ਹੋ ਰਹੀ ਹੈ। ਉਹ ਇਹ ਦੱਸਣਾ ਵੀ ਚਾਹੁੰਦੇ ਆ ਕਿ ਸਾਡੇ ਨਾਲ ਸਿੱਖ ਵੀ ਨੇ, ਸਾਡੇ ਨਾਲ ਮੁਸਲਮਾਨ ਵੀ ਨੇ, ਤੇ ਸਾਡੇ ਨਾਲ ਹਿੰਦੂ ਵੀ ਨੇ, ਸਾਰੇ ਧਰਮ ਸਾਡੇ ਨਾਲ ਚੱਲ ਰਹੇ। ਮੇਰਾ ਖਿਆਲ ਇਹ ਵੀ ਇਹ ਕੰਮ ਦੇਣਗੇ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਇਸ ਨੀਤੀ ਨੂੰ। ਦੇਖੋ ਮਦਨਦੀਪ ਜੀ, ਜਿੰਨੇ ਮਰਜ਼ੀ ਇਹ ਰੰਗ ਬਦਲ ਕੇ ਦੱਸੀ ਜਾਣ, ਸੱਤਾ ਦੇ ਵਿੱਚ ਆਹ ਗੱਲਾਂ ਸਾਰੇ ਬੰਦੇ ਬੜੇ ਬਰੀਕੀ ਚ ਸਮਝਦੇ ਹੁੰਦੇ ਆ। ਹੁਣ ਤੇ ਉਹ ਤੇ ਇਹ ਵੀ ਕਹਿ ਸਕਦੇ ਨਾ, ਤਾਂ ਤੇ ਮੈਂ ਕਹਿ ਰਿਹਾ ਕਿ ਯੂਪੀ ਦੇ ਵਿੱਚ ਦੇਖੋ ਜੀ ਹੁਣ ਮੁਸਲਮਾਨ ਵੀ ਸਾਡੇ ਨਾਲ ਆ ਗਏ, ਸਾਨੂੰ ਜਿਤਾਤਾ, ਇਹ ਕਹਿਣਗੇ। ਇਹ ਵੀ ਵੇਚ ਸਕਦੇ ਆ ਨਾ, ਪਰ ਉਹ ਕੌਣ ਖਰੀਦੂਗਾ? ਕਿਹਦਾ ਬੇਵਕੂਫ ਬਣਾ ਰਹੇ ਆ? ਕੌਣ ਨਹੀਂ ਜਾਣਦਾ ਕਿ ਅਸਲੀਅਤ ਕੀ ਹੈਗੀ? ਇਸੇ ਤਰੀਕੇ ਨਾਲ ਚਾਰ ਬੰਦੇ ਹੁਣ ਉਹਨਾਂ ਕੋਲ ਪਹਿਲਾਂ ਵੀ ਮੁਸਲਿਮ ਮਾਈਨੋਰਿਟੀ ਵਾਲੇ ਹੈਗੇ ਆ ਬੰਦੇ ਜਿਹੜੇ ਬੀਜੇਪੀ ਦੇ ਅੰਦਰ ਹੈਗੇ, ਪਰ ਉਸੇ ਉਹਨਾਂ ਦੀ ਬੋਲੀ ਬੋਲਦੇ। ਹੁਣ ਇਸੇ ਤਰੀਕੇ ਨਾਲ ਪਿੱਛੇ ਰਾਮਨਾਥ ਕੋਵਿੰਦ ਸੀਗੇ, ਉਹ ਦੇਖੋ ਸਾਰੇ ਦੇਸ਼ ਦੇ ਦਲਿਤਾਂ ਦਾ ਕਿੰਨਾ ਭਲਾ ਕਰਕੇ 5 ਸਾਲਾਂ 'ਚ ਚਲੇ ਗਏ ਆ। ਹੈ ਕਿਸੇ ਤੇ ਕੋਈ ਗਰੀਬੀ ਰਹੀ? ਹੈ ਕਿਸੇ ਤੇ ਕੋਈ ਕਿਸੇ ਕਿਸਮ ਦਾ ਪਛੜਿਆਪਣ ਰਿਹਾ? ਹੁਣ ਆਦੀਵਾਸੀ ਨੇ ਆ ਜਾਣਾ ਆ, ਜਿਹੜੇ ਉੜੀਸਾ ਤੋਂ ਹੈਗੇ, ਮੈਡਮ ਹੈਗੇ ਆ ਨਾਲੇ, ਹੁਣ ਉਹਨਾਂ ਦੀ ਉਮੀਦ ਲੋਕਾਂ ਨੂੰ ਹੈਗੀ ਉਹ ਆ ਕੇ ਸਾਰੇ ਆਦੀਵਾਸੀਆਂ ਦਾ, ਦੇਸ਼ ਦਾ ਕਿੰਨਾ ਭਲਾ ਕਰ ਜਾਣਗੇ। ਇਹ ਜਿਹੜਾ ਵਿੱਚ ਘੱਟ ਗਿਣਤੀਆਂ ਦਾ ਜਾਂ ਇਸ ਤਰ੍ਹਾਂ ਜਾਤੀਗਤ ਘੱਟ ਗਿਣਤੀਆਂ ਦਾ ਜਾਂ ਧਾਰਮਿਕ ਘੱਟ ਗਿਣਤੀਆਂ ਦਾ, ਉਹਨੂੰ ਸੱਤਾ ਤੇ ਬਿਠਾ ਦੇਣਾ, ਇਹਦਾ ਮਤਲਬ ਇਹ ਥੋੜੀ ਹੈ ਕਿ ਉਹਨਾਂ ਦਾ ਸਸ਼ਕਤੀਕਰਨ ਕਰਨਾ। ਇਹ ਬਰਾਬਰਤਾ ਹੋ ਰਹੀ ਹੈ ਜੀ, ਉਹਨਾਂ ਦੀ ਅਸੀਂ ਬਹੁਤ ਧਿਆਨ ਦੇ ਰਹੇ ਹਾਂ। ਉਹਦਾ ਮਤਲਬ ਇਹ ਹੈ ਕਿ ਇਹ ਅਸੀਂ ਇੱਥੇ ਅੱਗੇ ਫੜ ਕੇ ਚਿਹਰੇ ਦਿਖਾਲਣ ਲਈ ਰੱਖ ਲਏ ਆ ਔਰ ਇਹ ਸਾਡਾ ਨਾਚ ਨੱਚਣਗੇ, ਕਿਉਂਕਿ ਬੀਜੇਪੀ ਦੀ ਪੰਜਾਬ ਵਰਗੀ ਜਗ੍ਹਾ 'ਚ ਸਿੱਧੀ ਉਨੀ ਵਿਕਦੀ ਨਹੀਂ, ਦੁਕਾਨ ਨਹੀਂ ਚੱਲਦੀ, ਰਾਜਨੀਤਿਕ ਮਾਲ ਨਹੀਂ ਵਿਕ ਰਿਹਾ। ਇਹੋ ਜਿਹੇ ਧੂਤਿਆਂ ਨੂੰ ਅੱਗੇ ਲਾ ਕੇ ਜਿਹੜੇ ਬਾਹਰੋਂ ਧੜਾ ਅੰਦਰ ਜਾ ਰਹੇ ਆ, ਡਰਾ ਧਮਕਾ ਕੇ ਉਧਰ ਕਰਨਗੇ। ਪਰ ਮੈਨੂੰ ਐਂ ਲੱਗਦਾ ਕਿ ਪੰਜਾਬ ਦੇ ਵਿੱਚ ਲੋਕ ਕਾਫੀ ਸਿਆਣੇ ਹੋ ਗਏ। ਕੁਝ ਤੇ ਸੋਸ਼ਲ ਮੀਡੀਆ 'ਚ ਮਿੰਟ 'ਚੋਂ ਦੀ ਖਬਰ ਲਾ ਕਰਕੇ ਜਾਂਦੀ ਹੈ। ਮੈਂ ਜਿੰਨੀਆਂ ਮੀਟਿੰਗਾਂ ਇੱਧਰ ਉੱਧਰ ਐਕਟਿਵਿਸਟਾਂ ਦੀਆਂ, ਹੋਰਨਾਂ ਦੀਆਂ, ਕਿਸਾਨਾਂ ਦੀਆਂ, ਨੌਜਵਾਨਾਂ ਦੀਆਂ ਅਟੈਂਡ ਕਰਦਾ, ਉੱਥੋਂ ਮੈਨੂੰ ਅੰਦਾਜ਼ਾ ਲੱਗਦਾ ਕਿ ਜਾਗਰਤੀ ਕਾਫੀ ਹੈਗੀ ਹੈ। ਇਹ ਜੇ ਕਹਿਣਗੇ ਕਿ ਇਹ ਆਪਣੀ ਖਲ ਤੇ ਬਚਾ ਸਕਦੇ ਸਾਰੇ, ਪਰ ਜੇ ਇਹ ਕਹਿਣਗੇ ਕਿ ਉਸ ਕਿਸਮ ਦਾ ਬੂਟਾ ਇੱਥੇ ਇਹ ਲਾ ਦੇਣਗੇ ਬੀਜੇਪੀ ਦਾ ਜਾਂ ਉਸ ਕਿਸਮ ਦਾ, ਔਖਾ ਹੋਊਗਾ। ਹਾਂ, ਜੇ ਵੱਡੇ ਪੱਧਰ ਦੇ ਉੱਤੇ ਸਾਰੇ ਹੀ ਵਿਕਾਊ ਮਾਲ ਹੋ ਜਾਣ ਤੇ ਕੋਈ ਉਹਨਾਂ ਦੇ ਵਿਰੁੱਧ ਖੜਾ ਹੋਣ ਲਈ ਦਿਖੇ ਹੀ ਨਾ, ਫਿਰ ਲੋਕਾਂ ਦੀ ਬੇਬਸੀ ਹੋਊਗੀ। ਫਿਰ ਬੀਜੇਪੀ ਵੀ ਇੱਥੇ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਕਰ ਸਕਦੀ। ਛੱਡ ਕੇ ਬਾਕੀ ਤਾਂ ਨਾਲ ਖੜੇ ਹੀ ਨੇ। ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ, ਉਹਨਾਂ ਨੇ ਕੱਲ ਤੁਹਾਨੂੰ ਪਤਾ ਕੋਰ ਕਮੇਟੀ ਦੀ ਮੀਟਿੰਗ 'ਚ ਮਤਾ ਪਾਸ ਕਰਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ, ਰਾਸ਼ਟਰਪਤੀ ਨੂੰ, ਉਹਦੀ ਸਪੋਰਟ ਕਰਨਗੇ, ਮਦਦ ਕਰਨਗੇ। ਅਕਾਲੀ ਦਲ ਨਾਲ ਖੜਾ ਹੈ ਔਰ ਬਹੁਤ ਸਾਰੇ ਸ਼ਾਮਲ ਚਿਹਰੇ ਜਿਹੜੇ ਹੋ ਰਹੇ ਆ, ਕੈਪਟਨ ਅਮਰਿੰਦਰ ਸਿੰਘ ਸਮੇਤ ਜਾਂ ਸਰਸਾ ਹੋਇਆ ਪਿਛਲੇ ਦਿਨਾਂ 'ਚ, ਸੋਢੀ ਹੋਣੀ ਹੋਏ ਆ, ਇਹ ਵੱਡੇ ਚਿਹਰੇ ਸਨ ਇਹ ਵੱਖ-ਵੱਖ ਪਾਰਟੀਆਂ ਦੇ। ਔਰ ਇਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਨਾ ਜਿਹੜਾ ਹੈ ਸਿਆਸੀ ਪੰਜਾਬ ਦੇ ਅੰਦਰ, ਇਹ ਕੀ ਤੁਹਾਨੂੰ ਇਸ਼ਾਰਾ ਨਹੀਂ ਕਰਦਾ ਕਿ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਆ ਕੇ ਜਿਵੇਂ ਉਹ ਕੇਂਦਰ ਦੇ ਵਿੱਚ ਲੱਗੀ ਰਹੀ ਹੈ ਲੰਬਾ ਸਮਾਂ, ਪੰਜਾਬ ਨੂੰ ਵੀ ਹਥਿਆ ਸਕਦੀ? ਤੁਸੀਂ ਉਹਨਾਂ ਨੂੰ ਕਹਿੰਦੇ ਹੋ ਬਹੁਤ ਵੱਡੇ ਚਿਹਰੇ, ਮੈਂ ਕਹਿੰਦਾ ਬਹੁਤ ਹੀ ਛੋਟੇ ਸੀ ਤਾਂ ਹੀ ਭੱਜੇ ਆ। ਜੇ ਚਿਹਰੇ ਵੱਡੇ ਹੋਣ ਤੇ ਇਹਨਾਂ ਦੇ ਮਤਲਬ ਉਹਨਾਂ ਦੀ ਸ਼ਕਤੀ ਵੀ ਜ਼ਿਆਦਾ ਹੈਗੀ ਆ, ਉਹਨਾਂ ਦੇ ਪਿੱਛੇ ਲੋਕ ਵੀ ਹੈ, ਲੋਕ ਆਵਾਜ਼ ਵੀ ਹੈ, ਉਹ ਨਡਾਰਿਆ ਦਿਬਾਂਗਿਆ
ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ। ਇਹ ਤੇ ਕੱਖ ਵੀ ਨਹੀਂ ਹੈਗਾ। ਉਹ ਤੇ ਮਾੜਾ ਜਿਹਾ ਹਵਾ ਦਾ ਬੁੱਲਾ ਆਉਂਦਾ ਨਹੀਂ ਤੇ ਸੁੱਕੇ ਲਿਫਾਫੇ ਵਾਂਗੂ, ਜਿਹੜਾ ਕਾਗਜ਼ ਦੇ ਲਿਫਾਫੇ ਵਾਂਗੂ ਹਵਾ ਚ ਉੱਡਦੇ ਨਜ਼ਰ ਆਉਂਦੇ। ਇੰਨੇ ਹਲਕੇ, ਮੈਂ ਨਹੀਂ ਉਹਨਾਂ ਨੂੰ ਵੱਡੇ ਚਿਹਰੇ ਮੰਨਦਾ। ਕਿਸੇ ਵੇਲੇ ਹੋਣਗੇ, ਲੋਕਾਂ ਦੇ ਵਿੱਚ ਇਸ ਕਿਸਮ ਦਾ ਭਰੋਸਾ ਵੀ ਹੋਊਗਾ। ਅੱਜ ਇਹ ਸਾਰੇ ਆਪਣੀਆਂ ਜੜ੍ਹਾਂ ਤੋਂ ਉਖੜ ਚੁੱਕੇ ਆ। ਇਹ ਲੋਕ ਇਹਨਾਂ ਨੂੰ ਛੱਡ ਚੁੱਕੇ। ਇੰਨੀ ਜਗ੍ਹਾ ਤੇ ਆਪਣੀਆਂ ਟੱਪਰੀਆਂ ਨਵੀਂ ਜਗ੍ਹਾ ਤੇ ਬਦਲਣਗੇ, ਨਵੇਂ ਚੁੱਲ੍ਹੇ ਨਵੀਂ ਜਗ੍ਹਾ ਤੇ ਜਾ ਕੇ ਬਣਾਉਣਗੇ। ਉਨੇ ਹੀ ਲੋਕਾਂ 'ਚ ਹੋਰ ਆਪਣਾ ਭਰੋਸਾ ਗਵਾਉਣਗੇ, ਉਨੀ ਆਪਣੀ ਜੜ ਲੋਕਾਂ 'ਚ ਹੋਰ ਹਿਲਾ ਕੇ ਸੁੱਕਣ ਵੱਲ ਚੱਲ ਪੈਣਗੇ। ਲੋਕਾਂ ਦਾ ਵੀ ਇੱਕ ਦੇਖੋ ਲਿਮਿਟ ਹੈਗੀ ਆ। ਇੱਥੇ ਕੋਈ ਵੀ ਭਾਵੇਂ ਰਾਜ ਚੰਗਾ ਨਾ ਹੋਏ, ਇਹੋ ਜਿਹੀ ਹਾਲਾਤ ਤੇ ਫਿਰ ਪੰਜਾਬ ਵਰਗੀ ਹਾਲਾਤ ਜਿੱਥੇ ਲੋਕ ਰਸਤੇ ਨੂੰ ਸਮਝਦੇ ਹੋਣ, ਆਪਣੇ ਹਿੱਤਾਂ ਨੂੰ ਸਮਝਦੇ ਹੋਣ, ਪਰ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦੇ ਰਾਹੀਂ ਉਹ ਹਿੱਤ ਉਹਨਾਂ ਦੇ ਪ੍ਰੋਟੈਕਟ ਹੋਣੇ ਆ, ਉਹ ਠੀਕ ਠਾਕ ਤੌਰ ਤੇ ਚੱਲਣੇ ਆ ਸਰਕਾਰਾਂ ਰਾਹੀਂ, ਜੇ ਉਹਨਾਂ ਤੇ ਕੋਈ ਭਰੋਸਾ ਨਹੀਂ ਰਹੇ ਤੇ ਕੀ ਹੋਊਗਾ? ਅਨਾਰਕੀ ਹੋਊਗੀ, ਅਫੜਾ ਤਫੜੀ ਹੋਊਗੀ ਗਲੀਆਂ ਦੇ ਵਿੱਚ। ਹੁਣ ਵੀ ਤੇ ਕਿਤੇ ਕੋਈ ਸੌਖਾ ਥੋੜੀ ਹੈ ਪੰਜਾਬ ਦੇ ਵਿੱਚ ਰਾਜ ਕਰਨਾ। 3 ਮਹੀਨਿਆਂ ਦੇ ਵਿੱਚ ਬੈਂ ਬੁਲਾ ਦਿੱਤੀ ਆ ਆਮ ਆਦਮੀ ਪਾਰਟੀ ਦੀ। ਕਾਰਨ ਕੀ ਹੈ? ਲੋਕ ਹੁਣ ਬਹੁਤਾ ਦੇਰ ਇਹਨਾਂ ਦੇ ਲਿਫਾਫੇਬਾਜ਼ੀ ਨੂੰ, ਝੂਠੇ ਗਬਾਰੇਬਾਜ਼ੀ ਨੂੰ, ਉਸ ਤੇ ਵਿਸ਼ਵਾਸ ਨਹੀਂ ਕਰਦੇ। ਉਹ ਆਪਣੀ ਏਕੇ ਤੇ, ਆਪਣੇ ਸੰਘਰਸ਼ ਤੇ, ਆਪਣੇ ਡੰਡੇ ਝੰਡੇ ਤੇ ਵਿਸ਼ਵਾਸ ਕਰਦੇ ਆ। ਇਹੀ ਕਾਰਨ ਹੈ ਕਿ ਜਿਹੜਾ ਵੀ ਵਾਧੂ ਐਵੇਂ ਫਸਲਾ ਕੇ, ਵਾਧੂ ਗੱਲਾਂ ਗੱਪਾਂ ਮਾਰ ਕੇ ਕਹਿਣਾ ਕੋਈ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ, ਉਹ ਉਹਨੂੰ ਉਸੇ ਵੇਲੇ ਹੀ ਜਵਾਬਦੇਹੀ ਤੈਅ ਕਰ ਦਿੰਦੇ ਆ। ਇਹਨਾਂ ਲੋਕਾਂ ਦਾ ਵੀ ਇੰਜ ਹੀ ਹੋਣਾ। ਇੰਜ ਜੇ ਕਹਿਣਗੇ ਸਾਡੇ ਭਾਰਤੀ ਪੋਲੀਟੀਸ਼ੀਅਨ, ਭਾਵੇਂ ਉਹ ਕੇਂਦਰ 'ਚ ਹੈ ਭਾਵੇਂ ਸੂਬਿਆਂ 'ਚ, ਕਿ ਅਸੀਂ ਘੱਟੋ ਘੱਟ ਪੰਜਾਬ ਦੇ ਵਿੱਚ ਮੈਂ ਜੋ ਦੇਖ ਰਿਹਾ ਹਾਂ ਕਿ ਉਹ ਲੰਬੇ ਦੇਰ ਤੱਕ ਲੋਕਾਂ ਨੂੰ ਇੰਜ ਸ਼ਾਂਤ ਰੱਖ ਰੱਖਣਗੇ। ਮੈਂ ਨਿੱਕੀ ਗੱਲ ਦਾ ਤੁਸੀਂ ਇੱਕ ਅੰਦਾਜ਼ਾ ਲਾਓ ਕਿਉਂ ਮੈਂ ਇੱਥੋਂ ਕਹਿਣਾ। ਹੁਣੇ ਜਦੋਂ ਅਗਨੀਪਥ ਵਾਲੀ ਸਕੀਮ ਆ ਗਈ, ਅੱਜ ਤੱਕ ਅੱਗ ਨਹੀਂ ਬੁੱਝੀ, ਨਾ ਉਹ ਛੇਤੀ ਬੁੱਝਣੀ। ਹਰਿਆਣੇ ਵਾਲਿਆਂ ਨੇ ਫਿਰ ਕਹਿਤਾ, ਉਹ ਪਹਿਲਾਂ ਹੀ ਕਿਸਾਨਾਂ ਵਾਂਗੂ ਕਹਿੰਦੇ, ਕਿਸਾਨ ਕਹਿੰਦੇ ਸਾਡੇ ਪੁੱਤਿਆ ਤੁਸੀਂ ਵੜੋ ਸੀ, ਅਸੀਂ ਬੀਜੇਪੀ ਦੀ ਮੰਜੀ ਠੋਕਾਂਗੇ। ਹਰਿਆਣੇ 'ਚ ਇਹ ਗੱਲ ਚੱਲ ਪਈ ਆ। ਪੰਜਾਬ 'ਚ ਇਹ ਗੱਲ ਉਮੀਦ ਕੀਤੀ ਜਾਂਦੀ ਸੀ ਕਿ ਅਕਾਲੀ ਚਲਾਉਣਗੇ, ਤੇ ਅਕਾਲੀ ਦੇ ਪਹਿਲੇ ਉਹਨਾਂ ਦੀ ਗੋਡਿਆਂ ਦੀ ਗਰੀਸ ਹੈ ਨਹੀਂ, ਜਾ ਕੇ ਮੱਥਾ ਟੇਕਣ ਲੱਗ ਜਾਂਦੇ, ਫੱਟ ਦੇਣੀ ਕਿ ਤੁਸੀਂ ਬਚਾ ਲਓ, ਤੁਸੀਂ ਬਚਾ ਲਓ। ਇਹ ਚਲੇ ਗਏ ਉਧਰ, ਇਹ ਨਹੀਂ ਹੁਣ ਮੁੜਦੇ। ਇਹ 9 ਮਾਰਚ ਦਾ ਰਿਸ਼ਤਾ ਜਿਹੜਾ ਦੁਬਾਰਾ ਬਦਲ ਕੀ ਹੈ ਪੰਜਾਬ ਕੋਲ ਫਿਰ ਆਮ ਆਦਮੀ ਪਾਰਟੀ ਦੇ? ਇਹੀ ਸਭ ਤੋਂ ਵੱਡੀ ਜਿਹੜੀ ਤਰਾਸਦੀ ਹੈਗੀ ਆ ਮਨਦੀਪ। ਮੈਂ ਵੀ ਇਹੀ ਕਹਿ ਰਿਹਾ, ਮੈਂ ਕਹਿਣ ਦੀ ਸ਼ਾਇਦ ਮੈਂ ਕਲੀਅਰਲੀ ਨਹੀਂ ਕਹਿ ਪਾਇਆ ਕਿ ਜਿਹੜੀਆਂ ਵੀ ਪਾਰਟੀਆਂ ਜਿਹੜੀਆਂ ਆ, ਤੁਹਾਡੇ ਕੋਲ ਅਕਾਲੀ ਦਲ ਸੀ, ਕਾਂਗਰਸ ਸੀਗੀ, ਹੁਣ ਆਪ ਆ, ਜੇ ਇਹ ਪਾਰਟੀਆਂ ਲੋਕਾਂ ਦੀਆਂ ਉਮੀਦਾਂ ਨੂੰ ਪੂਰੇ ਨਹੀਂ ਕਰਦੀਆਂ ਤੇ ਗਾਂ ਕੋਈ ਚੌਥਾ ਵਿਕਲਪ ਦਿਖਦਾ ਨਹੀਂ। ਜਦੋਂ ਦਿਖਦਾ ਨਹੀਂ ਤੇ ਉਹਦੇ 'ਚ ਅਫਰਾ ਤਫਰੀ ਹੁੰਦੀ। ਇਹ ਜਿਹੜੀ ਆਮ ਆਦਮੀ ਪਾਰਟੀ ਵੀ ਆਈ ਹੈ, ਉਹ ਇਸੇ ਅਫਰਾ ਤਫਰੀ ਚੋਂ ਆਈ ਹੈ। ਕੋਈ ਆਰਗੇਨਾਈਜ਼ਡ ਪਾਵਰ ਥੋੜੀ ਹੈ, ਰਾਜਨੀਤਿਕ ਜੜ ਥੋੜੀ ਹੈਗੀ ਹੈ ਇੱਥੇ। ਮਤ ਭਲੇਖਾ ਹੋਵੇ ਕੇਜਰੀਵਾਲ ਨੂੰ ਜਾਂ ਇਹ ਹੁਣ ਵਾਲੇ ਚੀਫ ਮਿਨਿਸਟਰ ਭਗਵੰਤ ਮਾਨ ਹੋਣਾ ਨੂੰ, ਉਹ ਕਿਤੇ ਇਹਨਾਂ ਨੂੰ ਪੋਜ਼ਿਟਿਵ ਵੋਟਾਂ ਨਹੀਂ ਪਈਆਂ, ਉਹ ਦੂਜਿਆਂ ਨੂੰ ਸਜ਼ਾ ਦੇਣੀ ਚਾਹੁੰਦੇ ਸੀ ਤੇ ਇਹਨਾਂ ਨੂੰ ਵੋਟਾਂ ਪਾਈਆਂ ਵੀ ਇਹਨਾਂ ਨੂੰ ਵੀ ਕਰ ਲਓ। ਹਰ ਵਾਰੀ ਕਹਿੰਦੇ ਇੱਕ ਮੌਕਾ ਵੀ ਇੱਕ ਮੌਕਾ ਦੇ ਦਿਓ ਔਰ ਠੋਕ ਕੇ ਤੇ ਸਵਾਰ ਕੇ ਮੌਕਾ ਦਿਓ। ਹੁਣ ਦੇਖ ਲੈਣਗੇ ਲੋਕ ਕਿ ਕਿੰਨੇ ਕੁ ਮੌਕੇ ਦਾ ਕੀ ਫਾਇਦਾ ਹੁੰਦਾ, ਕੀ ਨੁਕਸਾਨ ਹੁੰਦਾ। ਥੋੜਾ ਜਿਹਾ ਤੇ ਟੇਸਟ ਉਹਨਾਂ ਨੂੰ ਆ ਗਿਆ ਜਦੋਂ ਉਹਨਾਂ ਨੇ MP ਜਿਹੋ ਜਿਹੇ ਭੇਜੇ ਆ। ਅਗਲੇ ਮਸਲੇ ਤੇ ਜਾਣ ਤੋਂ ਪਹਿਲਾਂ ਮੈਂ ਥੋੜੀ ਜਿਹੀ ਇਹਦੇ ਤੇ ਇੱਕ ਤੁਹਾਡੀ ਹੋਰ ਟਿੱਪਣੀ ਚਾਹਣਾ। ਜੋ ਸੁਣ ਰਹੇ ਆ, ਜਿਸ ਤਰ੍ਹਾਂ ਦੇ ਕੁਝ ਇੰਟੈਲੈਕਚੁਅਲਸ ਜਿਹੜੇ ਹੈਗੇ ਆ, ਇੱਕ ਤੁਹਾਡਾ ਇੰਟੈਲੈਕਚੁਅਲਸ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਸਮੀਕਰਨ ਬਦਲਣਗੇ। ਨਵਜੋਤ ਸਿੰਘ ਸਿੱਧੂ ਹੁਣੇ ਜਦੋਂ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਉਭਾਰ ਦੇਖਿਆ ਜਾਵੇਗਾ। ਤੁਹਾਨੂੰ ਇਵੇਂ ਲੱਗਦਾ ਹੈ ਕਿ ਉਹ ਉਭਾਰ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਉਡੀਕ ਕਰ ਰਿਹਾ? ਦੇਖੋ, ਮੈਨੂੰ ਲੱਗਦਾ ਅਸੈਂਬਲੀ ਨਾਲੋਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ, ਜਿਹੜੀਆਂ ਕਿ ਹੁਣ ਜਾ ਕੇ ਅਜੇ ਦੇਰ ਨੂੰ ਹੋਣੀਆਂ ਆ, ਉਹਦੇ ਨਾਲੋਂ ਜ਼ਿਆਦਾ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ, ਜਨਰਲ ਇਲੈਕਸ਼ਨ ਆ, ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਦੇ ਜ਼ਿਆਦਾ ਸੂਤਰ ਬੈਠ ਸਕਦੀਆਂ। ਕਾਰਨ ਇਹ ਆ ਕਿ ਉੱਥੇ ਤੁਸੀਂ 117 ਬੰਦੇ ਲੱਭਣੇ ਹੁੰਦੇ ਆ ਜਿਹੜੇ ਬੜੇ ਮੁਸ਼ਕਿਲ ਆ। ਜਿਸ ਤਰ੍ਹਾਂ ਦਾ ਸੁਭਾਅ ਨਵਜੋਤ ਸਿੰਘ ਸਿੱਧੂ ਦਾ, ਉਹ 1 ਮੈਨ ਆਰਮੀ ਵਾਂਗੂ ਹੈਗੇ, ਬੜੇ ਤਕੜੇ ਹੈ, ਬਹੁਤਾ ਪੁੱਛਦੇ ਨਹੀਂ, ਪਰ ਉਹਨਾਂ ਦੀ ਇੱਕ ਛਵੀ ਆਪਣੇ ਤੌਰ ਤੇ ਕਾਫੀ ਪਾਵਰਫੁਲ ਹੈਗੀ। ਤੁਸੀਂ ਇਹ ਠੀਕ ਸਵਾਲ ਕੀਤਾ, ਪਰ ਉਹ 13 ਬੰਦੇ ਲੱਭ ਸਕਦੇ ਆ। 13 ਬੰਦੇ ਸਾਰੇ ਪੰਜਾਬ ਚੋਂ ਜੇ ਲੱਭ ਕੇ ਵੀ ਆਹ ਸਾਡੀ 13 ਦੀ ਇੱਕ ਸੋਲਿਡ ਜੀ ਅਸੀਂ
ਉਹ ਲਟੈਣ ਕਹਿੰਦੇ ਹੁੰਦੇ ਆ, ਜਿਹੜਾ ਸਤੀਰ ਹੁੰਦਾ ਬੜਾ ਤਕੜਾ ਭਾਰ ਚੁੱਕਦਾ, ਇਹ ਲਟੈਣ ਸਾਡੀ 13 ਬੰਦਿਆਂ ਦੀ ਤਕੜੀ ਲਟੈਣ ਹੈਗੀ ਆ, ਇਹਨੂੰ ਲੈ ਕੇ ਚੱਲੋ, ਇਹ ਤੁਹਾਡੇ ਖੜੇ ਹੋ ਜਾਣਗੇ। ਉਹਦੇ ਨਾਲ ਇੱਕ ਘੱਟੋ ਘੱਟ ਨਵੀਂ ਵਿਕਲਪਿਕ ਰਾਜਨੀਤੀ ਦਾ ਬੀਜ ਬੀਜਿਆ ਜਾ ਸਕਦਾ। ਮੈਂ ਨਹੀਂ ਕਹਿੰਦਾ ਕਿ ਉਹ ਇੱਕਦਮ ਵੱਡਾ ਬਾਗ ਬਣ ਜਾਊਗਾ ਜਾਂ ਬਿਲਕੁਲ ਪਾਰਟੀ ਦੇ ਵਿੱਚ ਇੱਕਦਮ ਟਰਾਂਸਲੇਟ ਹੋ ਜਾਊਗਾ, ਪਰ ਉਹ ਇੱਕ ਸ਼ੁਰੂਆਤ ਹੋ ਸਕਦੀ ਹੈ ਜਿਹੜਾ ਆਉਣ ਵਾਲੇ ਸਮੇਂ 'ਚ 2027 ਤੱਕ ਪਨਪ ਕੇ ਇੱਕ ਉਹ ਜਗ੍ਹਾ ਲੈ ਸਕਦੀ ਹੈ ਜਿਹੜੀ ਕਿਸੇ ਵੇਲੇ ਮਤਲਬ ਅਕਾਲੀ ਦਲ ਕੋ ਸੀ ਜਾਂ ਕਿਸੇ ਵੇਲੇ ਉਦੋਂ ਪਹਿਲਾਂ ਕਾਂਗਰਸ ਕੋਲ ਵੀ ਸੀਗੀ। ਹਾਂ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਪੰਜਾਬ ਵੈਸੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਡੀਕ ਵੀ ਕਰੇਗਾ, ਜਿਸ ਤਰ੍ਹਾਂ ਦੇ ਸੰਗਰੂਰ ਦੇ ਰਿਜ਼ਲਟ ਆਏ ਆ। ਆਮ ਆਦਮੀ ਪਾਰਟੀ ਬੇਸ਼ੱਕ ਬੜੀ ਬੁਰੀ ਤਰ੍ਹਾਂ ਤਾਂ ਨਹੀਂ ਆਮ ਆਦਮੀ ਪਾਰਟੀ ਨੂੰ ਰੱਦ ਕੀਤਾ ਗਿਆ, ਪਰ ਜਿੱਤ ਹੁੰਦੀ ਹੈ ਤੇ ਸੰਕੇਤ ਹੁੰਦਾ। ਆਮ ਆਦਮੀ ਪਾਰਟੀ ਨੂੰ ਜੋ ਸੰਕੇਤ ਮਿਲਿਆ ਹੈ, ਉਸ ਤੋਂ ਬਾਅਦ ਜਿਸ ਤਰ੍ਹਾਂ ਭਗਵੰਤ ਮਾਨ ਹੁਣੀ ਐਕਟਿਵ ਹੋਏ ਆ, ਆਉਣ ਵਾਲੇ ਦਿਨਾਂ 'ਚ ਸੱਤਾ 'ਚ ਤਬਦੀਲੀ ਵੀ ਦੇਖੀ ਜਾਏਗੀ, ਉਹਨਾਂ ਦੇ ਕੈਬਨਿਟ 'ਚ ਤਬਦੀਲੀ ਲਾਜ਼ਮੀ ਦੇਖੀ ਜਾਏਗੀ, ਜਿਵੇਂ ਕੱਲ੍ਹ ਉਹ ਕੇਜਰੀਵਾਲ ਉਹਨਾਂ ਕੋਲ ਗਏ ਆ। ਤਾਂ ਇਹ ਸੰਕੇਤ ਜਿਹੜੇ ਹੈਗੇ ਆ, ਇਹ ਭਾਰਤ ਜਿਹੜੀ ਪੰਜਾਬ ਦੀ ਰਾਜਨੀਤੀ, ਭਵਿੱਖ ਦੀ ਰਾਜਨੀਤੀ ਹੈ, ਉਧਰ ਵੀ ਸੰਕੇਤ ਕਰਦੇ ਆ। ਸੋ ਜਿਹੜਾ ਅਗਲਾ ਮਸਲਾ ਹੈ, ਨੂਪੁਰ ਸ਼ਰਮਾ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਵੱਡੀ ਲੀਡਰ ਹੈ, ਔਰ ਉਸਨੇ ਜਿਹੜਾ ਪ੍ਰੋਫੈਸਰ ਮੁਹੰਮਦ ਜੀ ਦੇ ਖਿਲਾਫ ਬਿਆਨ ਦਿੱਤਾ ਸੀ, ਉਸ ਤੋਂ ਬਾਅਦ ਜੋ ਹਾਲਾਤ ਬਣੇ, ਉਹਨਾਂ ਹਾਲਾਤਾਂ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਸਖਤ ਟਿੱਪਣੀਆਂ ਕੀਤੀਆਂ ਗਈਆਂ, ਇਹਦੇ ਬਾਰੇ ਥੋੜੀ ਜਿਹੀ ਗੱਲ ਕਰੋ। ਦੇਖੋ ਮਨਦੀਪ ਜੀ, ਉਹ ਤੇ ਨਾ ਇੰਜ ਸਮਝੋ ਕਿ ਤਮਾਚਾ, ਮੈਂ ਨਹੀਂ ਦੇਖਿਆ ਕਿ ਇੰਨੇ ਗੁੱਸੇ 'ਚ ਇੰਨਾ ਪਾਵਰਫੁਲ ਮੈਸੇਜ ਕਦੀ ਆਪਣੀ ਓਰਲ ਜਿਹੜੀ ਉਹਨਾਂ ਨੇ ਉੱਥੇ ਟਿੱਪਣੀ ਕੀਤੀ ਹੈ ਉਹਦੇ ਵਿੱਚ ਕਿਸੇ ਵੀ ਇਹੋ ਜਿਹੇ ਪੋਲੀਟੀਕਲ ਬੰਦੇ ਨੂੰ ਦਿੱਤਾ ਹੋਵੇ। ਸੁਪਰੀਮ ਕੋਰਟ ਨੇ ਕਮਾਲ ਕਰਤੀ। ਜਾਣੀ ਇਹ ਉਮੀਦ ਤੇ ਕੀਤੀ ਜਾਂਦੀ ਸੀ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਇਹ ਚੀਜ਼ਾਂ ਨੂੰ ਉਹ ਖੁਦ ਆਪ ਪਰਸਨਾ ਕਰਦੇ, ਔਰ ਇਸ ਗੱਲ ਦੇ ਘੱਟ ਗਿਣਤੀਆਂ ਦੇ ਜਿਹੜੇ ਸੈਂਟੀਮੈਂਟਸ ਆ, ਉਹਨਾਂ ਦੇ ਪ੍ਰੋਫਿਟ ਸਾਹਿਬ ਦੇ ਜਿਹੜਾ ਉਹਨਾਂ ਦੇ ਸੈਂਟੀਮੈਂਟ ਹਰਟ ਹੋਏ ਇਹਦੇ ਨੂਪੁਰ ਸ਼ਰਮਾ ਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ, ਉਹਨਾਂ ਵਿਰੁੱਧ ਗਲਤ ਟਿੱਪਣੀਆਂ ਦੇਣ ਤੋਂ, ਉਹ ਬਿਲਕੁਲ ਠੀਕ ਹੋ ਸਕਦਾ ਸੀ। ਕਿਉਂਕਿ ਕਿਸੇ ਨੇ ਵੀ ਆ ਕੇ ਉਸ ਪੱਧਰ ਤੇ ਆ ਕੇ ਉਹ ਮਲਮ ਪੱਟੀ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਹਦਾ ਰਿਜ਼ਲਟ ਨਿਕਲਿਆ ਕਿ ਬਹੁਤ ਹੀ ਬਰੂਟਲ, ਬਾਰਬੈਰਿਕ, ਬਹੁਤ ਹੀ ਦੁੱਖ ਮਤਲਬ ਬੜੇ ਜਿਹਨੂੰ ਬਰੂਟਲ ਕਹਿੰਦੇ ਆ, ਬਹੁਤ ਹੀ ਇਹੋ ਜਿਹਾ ਜ਼ਾਲਮਾਨਾ ਢੰਗ ਵਾਲਾ ਮਰਡਰ ਉੱਥੇ ਟੇਲਰ ਦਾ ਉਦੈਪੁਰ 'ਚ ਹੋਇਆ। ਉਹਦਾ ਰਿਜ਼ਲਟ ਇਸ ਕਰਕੇ ਲੋਕ ਕਹਿੰਦੇ ਆ ਕਿ ਨਿਕਲਿਆ ਕਿ ਦੇਸ਼ ਦੇ ਅੰਦਰ ਇੱਕ ਇਹੋ ਜਿਹਾ ਮਾਹੌਲ ਨਫ਼ਰਤ ਵਾਲਾ ਟ੍ਰਿਗਰ ਹੋ ਗਿਆ, ਪੈਦਾ ਹੋ ਗਿਆ। ਹੁਣ ਇਸ ਕਰਕੇ ਜੋ ਮਲਮ ਪੱਟੀ ਸੁਪਰੀਮ ਕੋਰਟ ਨੇ ਲਾਉਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਮੈਸੇਜ ਨੂੰ ਪ੍ਰਧਾਨ ਮੰਤਰੀ ਨੂੰ, ਹੁਣ ਦੀ ਸਰਕਾਰ ਨੂੰ ਵੀ ਸਮਝ ਲੈਣਾ ਚਾਹੀਦਾ। ਨੂਪੁਰ ਸ਼ਰਮਾ ਤੇ ਸਮਝੀ ਗਈ, ਪਰ ਅਜੇ ਵੀ ਦੇਖੋ ਉਹ ਬਿਆਨ, ਕੱਲ ਦੀ ਇਹ ਜੱਜਮੈਂਟ ਆਈ ਹੋਈ ਆ, ਅਸੀਂ ਕਿਤੇ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਵੱਲੋਂ ਇਹੋ ਜਿਹਾ ਕੋਈ ਬਿਆਨ ਨਹੀਂ ਸੁਣ ਰਹੇ ਜਿੱਥੇ ਇਹ ਕਿਹਾ ਜਾਏ ਕਿ ਨੂਪੁਰ ਸ਼ਰਮਾ ਸਮੁੱਚੇ ਦੇਸ਼ ਤੋਂ ਵਾਕਿਆ ਹੀ ਨੈਸ਼ਨਲ ਟੀਵੀ ਤੇ ਆ ਕੇ ਜਿੱਥੇ ਬੋਲ ਕੇ ਉਹਨੇ ਭਰਸਨਾ ਕੀਤੀ ਸੀ, ਉਸੇ ਟੀਵੀ ਤੇ ਜਾ ਕੇ ਉਹ ਮਾਫੀ ਮੰਗੂਗੀ, ਜਿਹੜੀ ਕਿ ਸੁਪਰੀਮ ਕੋਰਟ ਨੇ ਉਹਨੂੰ ਹਦਾਇਤ ਦਿੱਤੀ ਹੈ ਕਿ ਤੁਸੀਂ ਆ ਰਹੇ ਆ ਕਿ ਮੇਰੇ ਕੋਲ ਜਗ੍ਹਾ ਜਗ੍ਹਾ ਇੱਕੋ ਕੇਸ ਜਿਹੜਾ ਨਹੀਂ ਮੈਂ ਲੜ ਸਕਦੀ, ਸਾਰੇ ਕੇਸ ਦਿੱਲੀ ਦੀ ਕੋਰਟ ਵਿੱਚ ਇਕੱਠੇ ਕਰਤੇ ਜਾਣ FIRਾਂ, ਤੇ ਉੱਥੇ ਮੈਂ ਅਪੀਅਰ ਹੋਊਗੀ, ਮੈਂ ਕਾਨੂੰਨ ਦੀ ਇੱਜ਼ਤ ਕਰਦੀ ਹਾਂ। ਉਹਨਾਂ ਨੇ ਅੱਗੇ ਫਿਰ ਜਦੋਂ ਉਹਨਾਂ ਅੱਗੇ ਸਵਾਲ ਰੱਖੇ, ਝਾੜ ਝੰਬ ਤਗੜੇ ਤੌਰ ਤੇ ਕੀਤੀ ਕਿ ਇਹ ਕਦੀ ਨਹੀਂ ਅਸੀਂ ਇਸ ਦੇਸ਼ 'ਚ ਹੋਣ ਦਿਆਂਗੇ। ਕੋਰਟ ਨੇ ਕਿਹਾ ਕਿ ਤੁਸੀਂ ਐਡੇ ਵੱਡੇ ਪੱਧਰ ਤੇ ਅੱਗ ਲਾਊ ਨਫ਼ਰਤੀ ਭਾਸ਼ਣ ਦੇ ਕੇ ਮਗਰੋਂ ਉਸਨੂੰ ਸਿੰਪਲੀ ਇਹ ਕਹਿ ਦਿਓ ਕਿ ਦੇਖੋ ਜੀ, ਅਗਰ ਉਹਨਾਂ ਦੀ ਸੈਂਟੀਮੈਂਟਸ, ਭਾਵਨਾਵਾਂ ਨੂੰ ਠੇਸ ਲੱਗੀ ਹੈ ਤੇ ਮੈਂ ਮਾਫੀ ਮੰਗਦਾ। ਅਗਰ ਦਾ ਮਤਲਬ ਕੀ ਹੁੰਦਾ? ਇੱਥੇ ਤੇ ਅੱਗ ਲੱਗ ਗਈ ਆ ਦੇਸ਼ ਦੇ ਵਿਦੇਸ਼ਾਂ ਦੇ ਵਿੱਚ, ਸਾਰੇ ਗਲਫ ਦੇ ਵਿੱਚ ਭਰਸਨਾ ਹੋਈ ਆ। ਸਾਡੇ ਤੇ ਸਾਰੇ ਲੇਬਰ ਵਾਪਸ ਆਉਣ ਲਈ ਉੱਥੋਂ ਕੱਢੇ ਜਾ ਸਕਦੇ ਸੀ ਜੇ ਉਹ ਅੱਗ ਹੋਰ ਲੱਗਦੀ ਤੇ। ਕਿੰਨੇ ਕੇਰਲਾ ਦੇ, ਕਿੰਨੇ ਹੋਰ ਗਲਫ ਵਿੱਚ ਸਾਡੇ ਨੌਜਵਾਨ ਜਿਹੜੇ ਇੱਥੋਂ ਦੇ ਕੰਮ ਕਰਦੇ ਆ। ਤੇ ਇਸ ਲਈ ਇਹ ਜਿਹੜੀ ਐਡੀ ਵੱਡੀ ਗੱਲ ਨੂੰ ਇਹ ਕਹਿ ਦੇਣਾ ਅਗਰ, ਅਜੇ ਵੀ ਤੇ ਇਹਨਾਂ ਨੂੰ ਅਗਰ ਹੀ ਲੱਗਦਾ। ਉਹਨਾਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਔਰ ਇਸ ਗੱਲ ਤੇ ਵੀ ਝੰਬ ਝਾੜ ਕੀਤੀ ਉਹਨਾਂ ਦੀ, ਔਰ ਕਿਹਾ ਕਿ ਅਨਕੰਡੀਸ਼ਨਲ
कि ये मेरी गलती है, मैं अगे तो दोबारा एक गलती नहीं करूंगी। तो सारे देश तो देश वासियों तो जिन्ना भी होर विदेशों च बैठे समुदाय के लोगों के सेंटीमेंट हर्ट होए आ, उन्हां दीयां भावनावां नूं ठेस लगी है, मैं माफी मंगदी हाँ। अगे तो मैं इस तो लैसन सदा लई सिख लिया। और उन्हां चैनलों ते जिथे बह के डिस्कशन हुंदी है, मेरा ख्याल कोर्ट नूं उत्थे तक भी अपना ऑर्डर करना चाहिए कि उन्हां दे लाइसेंस कैंसल होने चाहिए। एक बिजनेस बना लिया रौला पाउण दा, की तुहाडी देश के प्रति मीडिया की कोई जिम्मेवारी नहीं हैगी। मैं जानता कुछ चैनल तुसीं भी जानते होगे जिन्हां दा 24 घंटे आ देश के अंदर नफरत फैलाउणा, पुट्ठे सिद्धियां बहसां रख के फिरकिਆਂ ਦੇ ਵਿੱਚ फिरका प्रस्ती फैलाउणा, ਇਹਦੇ ਤੇ भी सेंसर होना चाहिए। और ये हो तां रहा क्योंकि किते ना किते देश की होने वाली सरकार तो सारिਆਂ ਨੂੰ ਉੱਪਰੋਂ ਸ਼ੈਲਟਰ हैगी आ, नहीं तो किसी की की ਜ਼ਰੂਰਤ है ਨੂਪੁਰ शर्मा होए ਜਾਂ कोई भी होर होए कि एडे ਵੱਡੇ पੱਧਰ ਤੇ ਕਿਸੇ ਦੇ ਧਾਰਮਿਕ ਜਿਹੜੇ ਗੁਰੂ ਹੈਗੇ ਜਾਂ ਉਹਨਾਂ ਦੇ ਪ੍ਰੋਫਿਟ ਹੈਗੇ ਉਹਨਾਂ ਤੇ ਇਹੋ ਜਿਹਾ ਕੋਈ ਸ਼ਬਦ ਵਰਤ ਕੇ कोई किसी दे बेइज्जत करे ਜਾਂ ਉਹਨਾਂ ਦੀ ਠੇਸ ਪਹੁੰਚਾਉਣ ਦੀ ਕੋਸ਼ਿਸ਼ करे, ਕਿਸੇ ਦੀ ਇਸ ਦੇਸ਼ ਦੀ ਜ਼ਰੂਰਤ ਨਹੀਂ ਹੋ ਸਕਦੀ ਜਦ ਤੱਕ ਉਹਨਾਂ ਨੂੰ ਭਰੋਸਾ ਨਾ ਹੋਵੇ ਕਿ ਸਾਡੇ ਬਚਾਉਣ ਵਾਲੇ ਸਾਡੇ ਆਕਾ ਸਾਡੇ ਪਿੱਛੇ ਖੜੇ ਆ। ਇਹ ਗੱਲ ਜਿਹੜੀ ਹੈ ਲੋਕਾਂ 'ਚ ਪ੍ਰਭਾਵ ਟੁੱਟਣਾ ਚਾਹੀਦਾ, ਤਾਂ ਹੀ ਇਹ ਦੇਸ਼ ਦਾ ਸੈਕੂਲਰਿਜ਼ਮ, ਜਿਹੜੀ ਧਰਮ ਨਿਰਪੱਖਤਾ ਤੇ ਦੇਸ਼ ਦਾ ਸੰਵਿਧਾਨ ਉਹਦੇ ਮੁਤਾਬਕ ਇਹ ਦੇਸ਼ ਦਾ ਕਾਨੂੰਨ ਇੱਥੇ ਰਹਿ ਸਕਦਾ। ਨਹੀਂ ਤੇ ਜੋ ਇਹਦੇ ਭਾਂਬੜ ਹੁਣੇ ਮਚਣ ਤੋਂ ਬਚੇ ਆ ਉਹ ਗਾਂ ਵਿੱਚ ਵੀ ਉਸੇ ਤਰ੍ਹਾਂ ਦਾ ਖਤਰਾ ਮਦਨਦੀਪ ਬਣਿਆ ਰਹੂਗਾ। ਨਹੀਂ, ਪਰ ਜਿਹੜਾ ਨੂਪੁਰ ਦੇ ਕੋਲੇ ਪ੍ਰਭਾਵ ਗਿਆ ਔਰ ਨੂਪੁਰ ਨੇ ਇੰਨਾ ਇਸ ਤਰ੍ਹਾਂ ਦਾ ਬਿਆਨ ਦਿੱਤਾ ਆ ਜਿਹੜਾ ਬਿਆਨ ਨਹੀਂ ਦੇਣਾ ਚਾਹੀਦਾ ਸੀ, ਇਹਦੇ ਪਿੱਛੇ ਵੀ ਤਾਂ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਪਿਛਲੇ ਦਿਨਾਂ 'ਚ ਜੋ ਕੁਝ ਯੂਪੀ 'ਚ ਹੋਇਆ, ਇੱਕ ਭਾਈਚਾਰੇ ਦੇ ਬਿਲਕੁਲ ਖਿਲਾਫ ਬਲਡੋਜ਼ਰ ਦੀ ਰਾਜਨੀਤੀ ਹੋਵੇ, ਚਾਹੇ ਮਸਜਿਦਾਂ ਦੇ ਉੱਪਰੋਂ ਸਪੀਕਰ ਲਾਉਣ ਦੀ ਗੱਲ ਹੋਵੇ, ਜਦੋਂ ਇਹ ਮੈਂ ਤਾਂ ਇਸ ਘਟਨਾ ਨੂੰ ਵੀ ਉਸ ਪ੍ਰਕਰਮ ਦਾ ਹਿੱਸਾ ਹੀ ਸਮਝਦਾ ਆ। ਜੇ ਤੁਸੀਂ ਵੀ ਮੇਰਾ ਖਿਆਲ ਪਿਛਲੇ ਸੈਗਮੈਂਟ 'ਚ ਵੀ ਇਹੀ ਗੱਲ ਕਰ ਰਹੇ ਸੀ ਜੀ। नहीं बिल्कुल, ये तो डराउण दी धमकाउण दी गल ये लगातार चल रहा, हुण तो थोड़ी चल रहा। 5 साल तो असीं घट्टो घट्ट 6 साल तो असीं बोल रहे हैं कि इहनूं बंद करो, नफरत की राजनीति बंद करो, ये समाज नूं तोड़ दूगा। तुहानूं भी पता, तुसीं जदों पुराणियां आपां डिबेटां दे विच इकट्ठे बैठते रहे हैं कि समाज नूं बहुत बहुत कमजोर कर दूगा, ते जिस दिन लांबू लग्या फिर उसनूं बजाउणा औखा होऊगा। क्योंकि कल्ला देश ही नहीं, देश ही साडा पहलां ते बहुत विभिन्न हैगा, हर किस्म की बोली सभ्याचार जातां धर्म इत्थे हैगे, पर इन्हां दीयां जड़ां बाहर भी ते लगियां। NRI साडे किन्ने आ, मुसलमान बाहर किन्ने देशां च हैगे आ, किन्नी 200 करोड़ उन्हां दी गिणती आ। असीं जे अपने आप नूं 100 करोड़ समझदे हां ते 200 करोड़ ते उन्हां दी भी गिणती हैगी है। इसलिए वो जिहड़ा जदों भावें, हालांकि ऐ नहीं कि 200 करोड़ अपने सारियां फौजां लैके भारत ते हमला कर देणगे, पर साडे व्यापार नूं, साडे हितां नूं, आर्थिक ते राजनीतिक ते स्ट्रैटेजिक हितां नूं ते बहुत नुकसान हो सकदा। इहनूं लार्जर जिस तरह ग्लोबल विलेज जिन्होंने कहते हैं कि सारी दुनिया एक पिंड जिन्ना छोटा हो चुकी है, उस तरीके नाल देखना चाहिए। हुण किन्ना वेस्ट ने कोशिश की है रूस नूं घेरन दी, रूस नूं घेर पाया, रूस का रूबल फिर तां चढ़ गया। ये जिहड़ा सारियां चीज़ां जुड़ियां होईयां कोशिश करदे आ। इत्थे ते वड्डे वड्डे जिहड़े अपने आप नूं बहुत नब्बी खां समझदे सीगे, उन्हां दा भी लोकां ने नक च दम इस वेले कीता होया। कदी नाटो मीटिंगां करदा, कदी बाइडन उत्थे जांदा, कदी कुछ हुंदा, कदी हुंदा। लोकां दे विच जदों परताओ दी एक जां मुकाबला करन दी एक नीयत खड़ी हो जाए, जां एक गुस्से दे रूप च अगे एक भावना पैदा हो जाए, तां फिर उस हट दे अगे बड़े बड़े रुड़ जांदे आ। इसलिए मैनूं नहीं लगदा कि जिस लई बीजेपी जां NDA सरकार, खासकर मोदी ते अमित शाह की जोड़ी इस देश के अंदर हिंदू राष्ट्र जां किसी भी किस्म के उस किस्म की बहु गिणती की दबदबा की नीति नूं लागू करना चाहुंदे आ, मैनूं नहीं लगदा इहदे विच ओह बहु गिणती के भी हित महफूज होणगे, सगों होर कमजोर होणगे। इसलिए जिस तरीके नाल पहलां चलदा सी, जिहड़ी बहु गिणती है वो ते आटोमैटिकली जिहड़ियां घट गिणतियां ते किसी ना किसी तरीके नाल भारू रहिंदी है, भावें वो सभ्याचारक तौर ते होवे, भावें वो आर्थिक तौर ते होवे, रहिंदी है बोली दे तौर ते भी। पर जे सगों जानबुझ के अपनी हैंकड़ दे नाल जबरदस्ती कि देखो ये साडा राज आ, हिंदू राष्ट्र आ, जां उस किस्म की कोई सोच दे नाल
ਕਦਮ ਬਾ ਕਦਮ ਘੱਟ ਗਿਣਤੀਆਂ ਨੂੰ ਕਾਰਨਰ ਕਰਨ ਦੀ ਓਪਨਲੀ ਕੋਸ਼ਿਸ਼ ਕਰਨਗੇ ਤਾਂ ਉਹਦਾ ਰਿਜ਼ਲਟ ਦੇਸ਼ ਨੂੰ ਕਮਜ਼ੋਰ ਕਰਨ ਵਿੱਚ ਨਿਕਲੂਗਾ। जी प्रसाद, बहुत बहुत शुक्रिया प्रसाद।